ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਦਾਲਤੀ ਅੱਤਵਾਦ ਬਾਰੇ ਵਿਚਾਰ ਸਾਂਝੇ ਕਰਾਂਗੇ। ਸਿੱਖਾਂ ਵਿਰੁੱਧ ਜ਼ਬਰ ਦੀ ਮੁਹਿੰਮ ਨੂੰ ਵੱਧ ਅਸਰਦਾਰ ਬਣਾਉਣ ਅਤੇ ਇਸ ਦੇ ਵਿਰੋਧ ਵਿੱਚ ਉੱਠਣ ਵਾਲੀ ਆਵਾਜ਼ ਨੂੰ ਥਾਂ ਨੱਪ ਦੇਣ ਲਈ ਭਾਰਤੀ ਹਾਕਮਾਂ ਨੇ ਪਹਿਲਾਂ ਤੋਂ ਮੌਜੂਦ ਜ਼ਬਰ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕਰ ਦਿੱਤੇ ਅਤੇ ਜਦੋਂ ਕਦੇ ਇਸ ਨਾਲ ਵੀ ਘਰ ਪੂਰਾ ਹੁੰਦਾ ਨਾ ਦਿਸਿਆ ਤਾਂ ਮਨਮਾਨੇ ਢੰਗ ਨਾਲ ਨਵੇਂ ਅਤਿਆਚਾਰੀ ਕਾਨੂੰਨ ਘੜ ਲੈਣ ਦਾ ਆਪ ਹੁਦਰਾ ਰਾਹ ਅਖਤਿਆਰ ਕਰ ਲਿਆ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਥੋੜ੍ਹੇ ਹੀ ਦਿਨਾਂ ਬਾਅਦ 21-22 ਜੂਨ ਦੀ ਰਾਤ ਨੂੰ ਰਾਸ਼ਟਰਪਤੀ ਨੇ ਇੱਕ ਵਿਸ਼ੇਸ਼ ਆਰਡੀਨੈਂਸ ਜਾਰੀ ਕਰਕੇ 1980 ਵਿੱਚ ਪਾਸ ਕੀਤੇ ਗਏ ਕੌਮੀ ਸੁਰੱਖਿਆ ਐਕਟ NSA 1980 ਦੀਆਂ ਤਣੀਆਂ ਹੋਰ ਕੱਸ ਦਿੱਤੀਆਂ। ਨਜ਼ਰਬੰਦੀ ਲਈ ਬਹਾਨਿਆਂ ਦਾ ਘੇਰਾ ਹੋਰ ਵੱਧ ਮੋਕਲਾ ਕਰ ਦਿੱਤਾ ਗਿਆ ਅਤੇ ਰਾਹਤ ਦੇ ਕਾਨੂੰਨੀ ਰਾਹਾਂ ਨੂੰ ਹੋਰ ਵੱਧ ਤਾਲੇ ਮਾਰ ਦਿੱਤੇ ਗਏ। ਇਸ ਤੋਂ ਥੋੜ੍ਹੇ ਹੀ ਦਿਨਾਂ ਬਾਅਦ 14 ਜੁਲਾਈ ਨੂੰ ਇੱਕ ਹੋਰ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ, ਜਿਸ ਨੂੰ ਦਹਿਸ਼ਤਗਰਦੀ ਗ੍ਰਸਤ ਖੇਤਰ ਸਪੈਸ਼ਲ ਅਦਾਲਤਾਂ ਆਰਡੀਨੈਂਸ 1984 ਦਾ ਨਾਂ ਦਿੱਤਾ ਗਿਆ। ਇਸ ਆਰਡੀਨੈਂਸ ਨਾਲ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਸੰਬੰਧਿਤ ਰਾਜ ਸਰਕਾਰ ਨਾਲ ਸਲਾਹ ਮਸ਼ਵਰਾ ਇਸ ਆਰਡੀਨੈਂਸ ਨਾਲ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਸੰਬੰਧਿਤ ਰਾਜ ਸਰਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਗੜਬੜ ਵਾਲਾ ਖੇਤਰ ਕਰਾਰ ਦੇਣ ਅਤੇ ਦਹਿਸ਼ਤਗਰਦੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉੱਤੇ ਮੁਕੱਦਮੇ ਚਲਾਉਣ ਲਈ ਸਪੈਸ਼ਲ ਅਦਾ ਕਾਇਮ ਕਰਨ ਦੇ ਮਨਮਾਨੇ ਅਧਿਕਾਰ ਹਾਸਲ ਕਰ ਲਏ। ਮਨੁੱਖੀ ਹੱਕਾਂ ਦੀ ਰੱਖਿਆ ਲਈ ਨਿਧੜਕ ਆਵਾਜ਼ ਬੁਲੰਦ ਕਰਨ ਵਾਲੇ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਗੋਬਿੰਦ ਮੁਖੋਤੀ ਨੇ ਇਸ ਆਰਡੀਨੈਂਸ ਬਾਰੇ ਫੌਰੀ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਲਿਖਿਆ ਸੀ ਕਿ ਇਹ ਕਾਨੂੰਨ ਬਿਨਾਂ ਸ਼ੱਕ ਆਜ਼ਾਦ ਭਾਰਤ ਅੰਦਰ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨਾਲੋਂ ਵੱਧ ਕੇ ਗੈਰ ਜਮਹੂਰੀ ਹੈ। ਇਹ ਪਹਿਲੇ ਸਾਰੇ ਜ਼ਬਰ ਕਾਨੂੰਨਾਂ ਨੂੰ ਮਾਤ ਪਾਉਂਦਾ ਹੈ। ਇਹ ਆਰਡੀਨੈਂਸ ਕੁਦਰਤੀ ਇਨਸਾਫ ਤੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਵਿੱਚ ਜਿਹੜੀਆਂ ਸਪੈਸ਼ਲ ਅਦਾਲਤਾਂ ਦੀ ਗੱਲ ਕੀਤੀ ਗਈ ਹੈ, ਇਹ ਅਦਾਲਤਾਂ ਇਨ੍ਹਾਂ ਅਰਥਾਂ ਵਿੱਚ ਸਪੈਸ਼ਲ ਹਨ ਕਿ ਇਨ੍ਹਾਂ ਵਿੱਚ ਹੱਕ ਇਨਸਾਫ ਦੇ ਅਡੰਬਰ ਦੀ ਵੀ ਲੋੜ ਨਹੀਂ ਸਮਝੀ ਗਈ। ਦੋਸ਼ੀ ਦੇ ਬਚਾਓ ਦੀ ਮੁਸ਼ਕਲ ਨਾਲ ਹੀ ਕੋਈ ਗੁੰਜਾਇਸ਼ ਛੱਡੀ ਗਈ ਹੈ। ਕਿਸੇ ਨੂੰ ਇੱਕ ਵਾਰ ਜਦੋਂ ਦਹਿਸ਼ਤਗਰਦ ਗਰਦਾਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਰਾਜ ਵੱਲੋਂ ਉਸ ਦੇ ਕਾਨੂੰਨੀ ਕਤਲ ਦਾ ਰਾਹ ਪੱਧਰਾ ਹੋ ਜਾਵੇਗਾ। ਇਹ ਕਾਨੂੰਨ ਜਿਸ ਢੰਗ ਨਾਲ ਪਾਸ ਕੀਤੇ ਤੇ ਲਾਗੂ ਕੀਤੇ ਗਏ, ਉਸ ਤੋਂ ਜਿੱਥੇ ਭਾਰਤੀ ਜਮਹੂਰੀਅਤ ਦਾ ਗੈਰ ਜਮਹੂਰੀ ਖਾਸਾ ਹੋਰ ਨੰਗੀ ਸ਼ਕਲ ਨਾਲ ਉਘੜ ਕੇ ਸਾਹਮਣੇ ਆ ਗਿਆ, ਉੱਥੇ ਭਾਰਤੀ ਹੁਕਮਰਾਨ ਵਰਗਾਂ ਦੀ ਸਿੱਖ ਦੁਸ਼ਮਣੀ ਦਾ ਰੰਗ ਹੋਰ ਗੂੜ੍ਹੇ ਰੂਪ ਵਿੱਚ ਪ੍ਰਗਟ ਹੋ ਗਿਆ। ਉਹਨਾਂ ਦੇ ਫਿਰਕੂ ਅਤੇ ਫੌਰੀ ਰਾਜਨੀਤਿਕ ਮੰਤਵ ਰੂਪ ਸ਼ਕਲ ਵਿੱਚ ਜ਼ਾਹਰ ਹੋ ਗਏ। ਉਪਰੋਕਤ ਜ਼ਬਰ ਕਾਨੂੰਨਾਂ ਦੇ ਮਾਮਲੇ ਵਿੱਚ ਕੁਝ ਗੱਲਾਂ ਡੂੰਘੇ ਧਿਆਨ ਦੀ ਮੰਗ ਕਰਦੀਆਂ ਹਨ। ਇੱਕ ਤਾਂ ਇਹ ਆਰਡੀਨੈਂਸ ਉਦੋਂ ਜਾਰੀ ਕੀਤੇ ਗਏ ਜਦੋਂ ਪਾਰਲੀਮੈਂਟ ਦਾ ਵੱਖਰਾ ਰੁੱਤ ਦਾ ਇਜਲਾਸ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਸਨ। ਜਮਹੂਰੀ ਮਰਿਆਦਾ ਇਹ ਮੰਗ ਕਰਦੀ ਸੀ ਕਿ ਕਾਹਲੀ ਵਿੱਚ ਅਤੇ ਗੈਰ ਜਮਹੂਰੀ ਢੰਗ ਨਾਲ ਆਰਡੀਨੈਂਸ ਜਾਰੀ ਕਰਨ ਦੀ ਥਾਵੇਂ ਪਾਰਲੀਮੈਂਟ ਵਿੱਚ ਇਨ੍ਹਾਂ ਕਾਨੂੰਨਾਂ ਦੇ ਖਰੜੇ ਪੇਸ਼ ਕੀਤੇ ਜਾਂਦੇ ਅਤੇ ਉਹਨਾਂ ਉੱਤੇ ਭਰਵੀਂ ਬਹਿਸ ਵਿਚਾਰ ਤੋਂ ਬਾਅਦ ਪਾਰਲੀਮੈਂਟ ਦੀ ਪ੍ਰਵਾਨਗੀ ਨਾਲ ਉਹਨਾਂ ਨੂੰ ਕਾਨੂੰਨ ਦਾ ਦਰਜਾ ਦਿੱਤਾ ਜਾਂਦਾ। ਪਰ ਅਜਿਹੀ ਜਮਹੂਰੀ ਮਰਿਆਦਾ ਦੇ ਝੰਜਟ ਵਿੱਚ ਪੈਣ ਦੀ ਲੋੜ ਨਾ ਤਾਂ ਤਤਕਾਲੀ ਹੁਕਮਰਾਨ ਧਿਰ ਨੇ ਸਮਝੀ ਅਤੇ ਨਾ ਹੀ ਵਿਰੋਧੀ ਰਾਜਸੀ ਧਿਰ ਨੇ ਹੁਕਮਰਾਨ ਧਿਰ ਦੀ ਇਸ ਆਪ ਹੁਦਰਾਸ਼ਾਹੀ ਉੱਤੇ ਕੋਈ ਰੋਸ ਜਤਾ ਲਿਆ। ਜਦ ਪਾਰਲੀਮੈਂਟ ਦਾ ਇਜਲਾਸ ਜੁੜਿਆ ਤਾਂ ਇਹ ਦਿਨੋਂ ਆਰਡੀਨੈਂਸ ਬਿਨਾਂ ਵਿਰੋਧ ਲਗਭਗ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਸ ਤੋਂ ਸਾਡੀ ਇਹ ਧਾਰਨਾ ਹੋਰ ਪ੍ਰਮਾਣਿਤ ਹੋ ਜਾਂਦੀ ਹੈ ਕਿ ਭਾਰਤ ਅੰਦਰ ਜਮਹੂਰੀ ਪਰੰਪਰਾਵਾਂ ਦੀ ਬੁਨਿਆਦ ਬੇਹੱਦ ਕੱਚੀ ਹੈ ਅਤੇ ਭਾਰਤੀ ਰਾਜ ਦੀ ਧਰਮ ਨਿਰਪੱਖਤਾ ਇੱਕਦਮ ਜਾਅਲੀ ਤੇ ਝੂਠੀ ਹੈ। ਜਦੋਂ ਮਸਲਾ ਕਿਸੇ ਗੈਰ ਹਿੰਦੂ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਕੁਚਲਣ ਦਾ ਹੋਵੇ ਤਾਂ ਜਮਹੂਰੀ ਮਰਿਆਦਾ ਦਾ ਘਾਣ ਕਰਨ ਦੇ ਮਸਲੇ ਵਿੱਚ ਦੇਸ਼ ਦੀਆਂ ਸਾਰੀਆਂ ਕੌਮੀ ਰਾਜਸੀ ਧਿਰਾਂ ਬਿਨਾਂ ਖੇਚਲ ਕੀਤਿਆਂ ਇੱਕਮਤ ਹੋ ਜਾਂਦੀਆਂ ਹਨ ਅਤੇ ਆਮ ਹਿੰਦੂ ਜਨਤਾ ਵੀ ਇਸ ਉਪਅਦਰ ਖੁਸ਼ੀ ਪ੍ਰਵਾਨਗੀ ਦੇ ਦਿੰਦੀ ਹੈ।
ਜਾਂ ਫਿਰ ਇਸ ਤੋਂ ਅੱਖਾਂ ਮੀਟ ਲੈਂਦੀ ਹੈ। ਗੋਬਿੰਦ ਮੁਖੋਤੀ ਤੇ ਉਸ ਵਰਗੇ ਕੁਝ ਹੋਰ ਜਮਹੂਰੀਅਤ ਪਸੰਦ ਲੋਕਾਂ ਨੇ ਬਹੁਤ ਹਾਲ ਪਹਾਰਿਆਂ ਕੀਤੀ ਕਿ ਇਹ ਜਾਬਰ ਕਾਨੂੰਨ ਪਾਸ ਕਰਨ ਲਈ ਆੜ ਬੇਸ਼ੱਕ ਪੰਜਾਬ ਅੰਦਰ ਵਾਪਰੇ ਘਟਨਾਕ੍ਰਮ ਦੀ ਲਈ ਗਈ ਹੈ, ਪਰੰਤੂ ਇਹ ਕਾਨੂੰਨ ਇਕੱਲੇ ਪੰਜਾਬ ਅੰਦਰ ਨਹੀਂ ਸਾਰੇ ਦੇਸ਼ ਅੰਦਰ ਲਾਗੂ ਹੋਣ ਵਾਲੇ ਹਨ। ਇਨ੍ਹਾਂ ਰੋਸ਼ਨ ਜ਼ਮੀਰ ਤੱਤਾਂ ਜਿਨ੍ਹਾਂ ਦੀ ਸੰਖਿਆ ਮੁੱਲੋਂ ਹੀ ਥੋੜ੍ਹੀ ਸੀ ਨੇ ਵਿਰੋਧ ਰਾਜਸੀ ਦਲਾਂ ਤੇ ਦੇਸ਼ ਦੀ ਜਨਤਾ ਵੱਲੋਂ ਇਨ੍ਹਾਂ ਜਾਬਰ ਕਾਨੂੰਨਾਂ ਨੂੰ ਐਡੀ ਪੁਰਜ਼ੋਰ ਹਮਾਇਤ ਦਿੱਤੇ ਜਾਣ ਦੀ ਵਜ੍ਹਾ ਠੀਕ ਬੁੱਝ ਲਈ ਸੀ। ਕੌਮੀ ਸੁਰੱਖਿਆ ਐਕਟ ਦਾ ਇਹ ਸੋਧਿਆ ਹੋਇਆ ਰੂਪ ਕਿਉਂਕਿ ਪੰਜਾਬ ਅੰਦਰ ਲਾਗੂ ਕੀਤੇ ਗਏ ਬਹੁਤ ਸਾਰੇ ਹੋਰਨਾਂ ਕਾਨੂੰਨਾਂ ਦੀ ਜੰਜੀਰ ਦੀ ਹੀ ਇੱਕ ਕੜੀ ਸੀ। ਇਸ ਕਰਕੇ ਇਸ ਗੱਲ ਦੀ ਕਿਸੇ ਨੇ ਗੌਰ ਹੀ ਨਹੀਂ ਕੀਤੀ ਕਿ ਇਹ ਗੱਲ ਘੋਟ ਕਾਨੂੰਨ ਤਾਂ ਸਾਰੇ ਦੇਸ਼ ਵਾਸਤੇ ਹੀ ਘੜਿਆ ਗਿਆ ਹੈ। ਕੁਲਦੀਪ ਨਈਅਰ ਨੇ ਵੀ ਇਸ ਉੱਤੇ ਆਪਣਾ ਤਿੱਖਾ ਪ੍ਰਤੀਕਰਮ ਜਤਾਉਂਦੇ ਹੋਏ ਲਿਖਿਆ ਕਿ ਇਸ ਤੋਂ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਾਂਗਰਸ ਪਾਰਟੀ ਨੇ ਸਿੱਖ ਵੋਟ ਵਾਲਾ ਵਰਕਾ ਪਾੜ ਦਿੱਤਾ ਹੈ ਅਤੇ ਉਸ ਦੀ ਸਾਰੀ ਸੋਤਾ ਹਿੰਦੂ ਵੋਟ ਉੱਤੇ ਹੀ ਕੇਂਦਰਿਤ ਹੋ ਕੇ ਰਹਿ ਗਈ ਹੈ। ਇੱਥੇ ਨਈਅਰ ਜਾਣੇ ਜਾਂ ਅਣਜਾਣੇ ਤੌਰ ਤੇ ਸਾਰੇ ਦੋਸ਼ ਦਾ ਜ਼ਿੰਮਾ ਇੱਕੋ ਪਾਰਟੀ ਜਾਂ ਇਸ ਤੋਂ ਵੀ ਵੱਧ ਕੇ ਇੱਕੋ ਵਿਅਕਤੀ ਇੰਦਰਾ ਗਾਂਧੀ ਦੇ ਸਿਰ ਮੜਦਾ ਹੈ। ਇਸ ਨਾਲ ਭਾਰਤੀ ਰਾਜ ਦੀ ਮੂਲ ਮਰਜ਼ ਨੂੰ ਇੱਕ ਪਾਰਟੀ ਜਾਂ ਇੱਕ ਵਿਅਕਤੀ ਦੀ ਅਸਥਾਈ ਕਰੂਚੀ ਤੱਕ ਸੁੰਗੇੜ ਦੇਣ ਦੀ ਗੰਧਲੀ ਚੇਤਨਾ ਪੈਦਾ ਹੁੰਦੀ ਹੈ। ਕਾਂਗਰਸ ਤੇ ਇੰਦਰਾ ਗਾਂਧੀ ਦੇ ਕੱਟੜ ਨਿੰਦਕ ਕਈ ਸਾਰੇ ਹਿੰਦੂ ਕਾਲਮ ਨਵੀਸਾਂ ਬੁੱਧੀਜੀਵੀਆਂ ਅਤੇ ਸਮਾਜੀ ਤੇ ਰਾਜਸੀ ਕਾਰਕੁਨਾਂ ਦੀ ਪਹੁੰਚ ਅੰਦਰ ਇਹ ਦੋਸ਼ ਵਿਆਪਕ ਰੂਪ ਵਿੱਚ ਪ੍ਰਗਟ ਹੋਇਆ ਜਿਸ ਨੇ ਸਿੱਖ ਚੇਤਨਾ ਉੱਤੇ ਵੀ ਬਰਾਬਰ ਮਾੜਾ ਅਸਰ ਛੱਡਿਆ। ਇਹਨਾਂ ਆਰਡੀਨੈਂਸਾਂ ਨੂੰ ਜਾਰੀ ਕਰਨ ਵਿੱਚ ਦਿਖਾਈ ਗਈ ਤੱਦੀ ਅਕਾਰਨ ਨਹੀਂ ਸੀ ਸਰਕਾਰ ਨੇ ਗ੍ਰਿਫਤਾਰ ਕੀਤੇ ਗਏ ਸਿੱਖ ਆਗੂਆਂ ਤੇ ਕਾਰਕੁਨਾਂ ਨੂੰ ਅਣਮਿੱਥੇ ਸਮੇਂ ਲਈ ਜੇਲ੍ਹਾਂ ਅੰਦਰ ਤਾੜੀ ਰੱਖਣ ਦਾ ਦ੍ਰਿੜ ਇਰਾਦਾ ਧਾਰ ਰੱਖਿਆ ਹੋਇਆ ਸੀ। ਪਹਿਲੇ ਕਾਨੂੰਨਾਂ ਦੇ ਢਾਂਚੇ ਵਿੱਚ ਨਜ਼ਰਬੰਦ ਕੀਤੇ ਗਏ ਵਿਅਕਤੀਆਂ ਦੀ ਅਪੀਲ ਤੇ ਅਦਾਲਤਾਂ ਵੱਲੋਂ ਨਜ਼ਰਬੰਦੀ ਦੀ ਬੁਨਿਆਦ ਉੱਤੇ ਨਜ਼ਰਸ਼ਾਹੀ ਕਰਨ ਅਤੇ ਆਧਾਰ ਨਾ ਤਸੱਲੀ ਬਖਸ਼ ਹੋਣ ਦੀ ਸੂਰਤ ਵਿੱਚ ਨਜ਼ਰਬੰਦੀ ਦੇ ਹੁਕਮਾਂ ਨੂੰ ਰੱਦ ਕਰ ਦੇਣ ਦੀਆਂ ਥੋੜ੍ਹੀਆਂ ਬਹੁਤੀਆਂ ਕਾਨੂੰਨੀ ਗੁੰਜਾਇਸ਼ਾਂ ਮੌਜੂਦ ਸਨ। ਸੁਪਰੀਮ ਕੋਰਟ ਦੇ ਨਾਮਵਰ ਵਕੀਲ ਰਾਮ ਜੇਠਮਲਾਨੀ ਨੇ ਇਨ੍ਹਾਂ ਕਾਨੂੰਨੀ ਗੁੰਜਾਇਸ਼ਾਂ ਦਾ ਲਾਭ ਲੈਂਦੇ ਹੋਏ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੋਈ ਸੀ ਕਿਉਂਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਉੱਤੇ ਰਾਜ ਵਿਰੁੱਧ ਬਗਾਵਤ ਕਰਨ ਜਾਂ ਜੰਗ ਲੜਨ ਦੇ ਲਾਏ ਗਏ ਦੋਸ਼ ਨਾ ਸਿਰਫ ਸਰਾਸਰ ਝੂਠੇ ਸਗੋਂ ਹਾਸੋਹੀਣੇ ਸਨ। ਇਸ ਕਰਕੇ ਸੁਪਰੀਮ ਕੋਰਟ ਵੱਲੋਂ ਉਸ ਦੀ ਪਟੀਸ਼ਨ ਪ੍ਰਵਾਨ ਕੀਤੀ ਜਾਣੀ ਲਗਭਗ ਨਿਸ਼ਚਿਤ ਸੀ। ਇਸ ਨਾਲ ਨਾ ਸਿਰਫ ਸੰਤ ਲੌਂਗੋਵਾਲ ਦੀ ਫੌਰੀ ਰਿਹਾਈ ਦਾ ਰਾਹ ਸਾਫ਼ ਹੁੰਦਾ ਸੀ ਸਗੋਂ ਇਸ ਅਦਾਲਤੀ ਰਸਤੇ ਰਾਹੀਂ ਹੋਰ ਵੀ ਬਹੁਤ ਸਾਰੇ ਸਿੱਖ ਆਗੂਆਂ ਤੇ ਕਾਰਕੁਨਾਂ ਦੇ ਜੇਲ੍ਹਾਂ ਤੋਂ ਬਾਹਰ ਆ ਜਾਣ ਦੀਆਂ ਉੱਜਲ ਸੰਭਾਵਨਾਵਾਂ ਬਣ ਜਾਂਦੀਆਂ ਸਨ। ਇਸ ਅਣਹੋਣੀ ਨੂੰ ਟਾਲਣ ਲਈ ਹੀ ਰਾਸ਼ਟਰਪਤੀ ਨੂੰ 21 ਜੂਨ ਦੀ ਅੱਧੀ ਰਾਤ ਟੱਪ ਜਾਣ ਤੋਂ ਬਾਅਦ ਬਿਸਤਰੇ 'ਚੋਂ ਉੱਠ ਕੇ ਸੁੱਤ ਉਨੀਂਦੇ ਭਾਰਤ ਦੇ ਕਾਨੂੰਨੀ ਇਤਿਹਾਸ ਦੇ ਸਭ ਨਾਲੋਂ ਭੈੜੇ ਆਰਡੀਨੈਂਸ ਉੱਤੇ ਦਸਤਖਤ ਕਰਨ ਦੀ ਖੇਚਲ ਕਰਨੀ ਪੈ ਗਈ ਸੀ। ਉਸ ਦੀ ਇਹ ਖੇਚਲ ਵਿਅਰਥ ਨਹੀਂ ਸੀ ਗਈ। ਸੁਪਰੀਮ ਕੋਰਟ ਵੱਲੋਂ ਸੰਤ ਲੌਂਗੋਵਾਲ ਦੀ ਪਟੀਸ਼ਨ ਪ੍ਰਵਾਨ ਕਰਦੇ ਹੋਏ ਉਸ ਦੀ ਰਿਹਾਈ ਦਾ ਹੁਕਮ ਸੁਣਾਉਣ ਦੇ ਕੁਝ ਹੀ ਪਲਾਂ ਬਾਅਦ ਉਸ ਨੂੰ ਨਵੇਂ ਆਰਡੀਨੈਂਸ ਦੀਆਂ ਮੱਦਾਂ ਤਹਿਤ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਜਮਹੂਰੀ ਕਦਰਾਂ ਕੀਮਤਾਂ ਦੇ ਮੁੱਦਈ ਚਾਰ ਬੁਲੰਦ ਜ਼ਮੀਰ ਸੱਜਣਾਂ ਨੇ ਇਸ ਉੱਤੇ ਕਰਾਰ ਭਰੀ ਟਿੱਪਣੀ ਕਰਦੇ ਹੋਏ ਲਿਖਿਆ ਕਿ ਕਿਸੇ ਵਿਅਕਤੀ ਦੀ ਨਜ਼ਰਬੰਦੀ ਨੂੰ ਅਦਾਲਤ ਦੁਆਰਾ ਖਾਰਜ ਕੀਤੇ ਜਾਣ ਤੋਂ ਰੋਕਣ ਲਈ ਇਨਸਾਫ ਦੇ ਅਮਲ ਨੂੰ ਪ੍ਰਭਾਵਿਤ ਕਰਕੇ ਕਾਨੂੰਨ ਨੂੰ ਹੀ ਬਦਲ ਸੁੱਟਣ ਦੀ ਇਹ ਇਤਿਹਾਸ ਅੰਦਰ ਅਨੋਖੀ ਉਦਾਹਰਣ ਹੈ। ਆਮ ਤੌਰ ਤੇ ਕਾਨੂੰਨ ਦੇ ਮੁਤਾਬਕ ਵਿਅਕਤੀਗਤ ਮੁਕੱਦਮਿਆਂ ਦਾ ਫੈਸਲਾ ਕੀਤਾ ਜਾਂਦਾ ਹੈ ਪਰ ਇੱਥੇ ਕਾਨੂੰਨ ਵਿਅਕਤੀਗਤ ਮੁਕੱਦਮੇ ਦੀ ਜ਼ਰੂਰਤ ਅਨੁਸਾਰ ਚੱਲਿਆ ਤੇ ਬਦਲਿਆ ਗਿਆ। ਫੌਜੀ ਕਾਰਵਾਈ ਦੌਰਾਨ ਪੰਜਾਬ ਭਰ ਅੰਦਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਜਿਨ੍ਹਾਂ ਵਿੱਚ 2 ਦਰਜਨ ਦੇ ਕਰੀਬ 10 ਤੋਂ 16 ਸਾਲ ਤੱਕ ਦੇ ਨਾਬਾਲਗ ਲੜਕੇ ਸ਼ਾਮਲ ਸਨ।
ਨੂੰ ਪਹਿਲੇ 3 ਮਹੀਨਿਆਂ ਤੱਕ ਬਿਨਾਂ ਮੁਕੱਦਮੇ ਚਲਾਏ ਜੇਲ੍ਹਾਂ ਵਿੱਚ ਬੰਦ ਕਰੀ ਰੱਖਿਆ। ਫਿਰ ਮੌਕੇ ਦੀ ਲੋੜ ਤੇ ਸਹੂਲਤ ਮੁਤਾਬਕ ਕਾਨੂੰਨਾਂ ਵਿੱਚ ਭਾਰੀ ਰੱਦੋ-ਬਦਲ ਕਰਕੇ ਉਹਨਾਂ ਤੇ ਸਪੈਸ਼ਲ ਅਦਾਲਤਾਂ ਵਿੱਚ ਮੁਕੱਦਮੇ ਚਲਾਉਣ ਦਾ ਅਦਾਲਤੀ ਅਡੰਬਰ ਰਚਿਆ ਗਿਆ। ਮੁਕੱਦਮੇ ਦੀ ਸੁਣਵਾਈ ਲਈ ਕੈਦੀਆਂ ਨੂੰ ਅਦਾਲਤ ਦੇ ਅਹਾਤੇ ਵਿੱਚ ਲਿਆਉਣ ਦੀ ਬਜਾਏ ਜੇਲ੍ਹਾਂ ਦੇ ਅਹਾਤਿਆਂ ਵਿੱਚ ਹੀ ਲੁਕਵੀਆਂ ਅਦਾਲਤਾਂ ਲਾਈਆਂ ਗਈਆਂ, ਜਿੱਥੇ ਆਮ ਜਨਤਾ ਤੇ ਪ੍ਰੈਸ ਦਾ ਦਾਖਲਾ ਰੋਕ ਦਿੱਤਾ ਗਿਆ। ਮੁਕੱਦਮੇ ਦੀ ਇਹ ਕਾਰਵਾਈ ਨਿਰਾ ਪ੍ਰਪੰਚ ਸੀ, ਜਿੱਥੇ ਹਰ ਕਦਮ ਤੇ ਕਪਟ ਤੇ ਓਲਾ ਸੀ। ਸੋਧੇ ਹੋਏ ਕਾਨੂੰਨ ਮੁਤਾਬਕ ਗਵਾਹਾਂ ਦੀ ਪਛਾਣ ਦੋਸ਼ੀਆਂ ਕੋਲੋਂ ਵੀ ਛੁਪਾ ਕੇ ਰੱਖੀ ਗਈ। ਅਦਾਲਤੀ ਪਰੰਪਰਾ ਅੰਦਰ ਇਹ ਅਸੂਲ ਸਰਬ ਪ੍ਰਮਾਣਿਤ ਹੈ ਕਿ ਕੋਈ ਵਿਅਕਤੀ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਉਸ ਨੂੰ ਦੋਸ਼ੀ ਸਾਬਤ ਨਹੀਂ ਕਰ ਦਿੱਤਾ ਜਾਂਦਾ, ਪਰੰਤੂ ਸਿੱਖਾਂ ਦੇ ਮਾਮਲੇ ਵਿੱਚ ਇਸ ਅਸੂਲ ਨੂੰ ਉਲਟੇ ਰੁਖ ਖੜਾ ਕਰ ਦਿੱਤਾ ਗਿਆ। ਕੋਈ ਵਿਅਕਤੀ ਜਦੋਂ ਤੱਕ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰ ਦਿੰਦਾ, ਉਦੋਂ ਤੱਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਹ ਦੋਸ਼ੀ ਹੀ ਗਿਣਿਆ ਜਾਣ ਲੱਗਾ। ਸਰਦਾਰ ਖੁਸ਼ਵੰਤ ਸਿੰਘ ਨੇ ਬਾਅਦ ਵਿੱਚ ਜਾ ਕੇ ਇਸ ਅਦਾਲਤੀ ਅਨਿਆਈ ਉੱਤੇ ਸਖਤ ਟਿੱਪਣੀ ਕਰਦੇ ਹੋਏ ਲਿਖਿਆ ਕਿ ਭਾਰਤ ਅੰਦਰ ਜਿਸ ਨੂੰ ਕਿ ਧਰਮ ਨਿਰਪੱਖ ਰਾਜ ਕਿਹਾ ਜਾਂਦਾ ਹੈ, ਸਿੱਖਾਂ ਤੇ ਬਾਕੀ ਦੇ ਭਾਰਤੀ ਲੋਕਾਂ ਲਈ 2 ਅਲੱਗ-ਅਲੱਗ ਕਾਨੂੰਨ ਕੰਮ ਕਰਦੇ ਸਨ। ਇਹ ਕਾਨੂੰਨ ਦੇ ਨਾਂ ਹੇਠ ਨੰਗੀ ਹਨੇਰਗਰਦੀ ਸੀ। ਪ੍ਰਸਿੱਧ ਕਾਨੂੰਨਦਾਨ V.K. ਕ੍ਰਿਸ਼ਨਾ ਅਈਅਰ ਨੇ ਇੱਕ ਕਾਨੂੰਨੀ ਮੈਗਜ਼ੀਨ ਵਿੱਚ ਸਪੈਸ਼ਲ ਅਦਾਲਤਾਂ ਦੀ ਸਥਾਪਨਾ ਉੱਤੇ ਕਰਾਰੀ ਚੋਟ ਕਰਦੇ ਹੋਏ ਇਹਨਾਂ ਨੂੰ ਅਦਾਲਤੀ ਅੱਤਵਾਦ ਦਾ ਇੱਕ ਨਮੂਨਾ ਤੇ ਸਰਕਾਰੀ ਦਹਿਸ਼ਤਵਾਦ ਦਾ ਇੱਕ ਅੰਗ ਕਹਿ ਕੇ ਭਿੰਡਿਆ ਸੀ। ਇਸ ਅਦਾਲਤੀ ਅੱਤਵਾਦ ਦਾ ਸਭ ਨਾਲੋਂ ਘਿਨਾਉਣਾ ਰੂਪ ਰਾਜਸਥਾਨ ਦੇ ਇਤਿਹਾਸਕ ਨਗਰ ਜੋਧਪੁਰ ਵਿਖੇ ਦੇਖਣ ਨੂੰ ਮਿਲਿਆ। ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਮੌਕੇ ਹਿਰਾਸਤ ਵਿੱਚ ਲਏ ਗਏ ਸਿੱਖ ਆਗੂ, ਕਾਰਕੁਨਾਂ ਤੇ ਸ਼ਰਧਾਲੂਆਂ ਦੀ ਬਰੀਕ ਛਾਣਬੀਣ ਕਰਕੇ 400 ਦੇ ਕਰੀਬ 94 ਖਤਰਨਾਕ ਅਪਰਾਧੀਆਂ ਨੂੰ ਪੰਜਾਬ ਤੋਂ ਸੈਂਕੜੇ ਮੀਲ ਦੂਰ ਜੋਧਪੁਰ ਦੀ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਸੀ। ਉੱਥੇ 380 ਸਿੱਖ ਬੰਦੀਆਂ ਉੱਤੇ ਰਾਜ ਵਿਰੁੱਧ ਜੰਗ ਲੜਨ ਦੇ ਸੰਗੀਨ ਦੋਸ਼ਾਂ ਹੇਠ ਸਮੂਹਿਕ ਰੂਪ ਵਿੱਚ ਮੁਕੱਦਮਾ ਚਲਾਇਆ ਗਿਆ, ਜਿਸ ਦੇ ਲਈ ਸਪੈਸ਼ਲ ਅਦਾਲਤ ਕਾਇਮ ਕੀਤੀ ਗਈ, ਜਿਸ ਦੀ 4 ਦੀਵਾਰੀ ਦੇ ਅੰਦਰ ਸੰਘਣੇ ਖੂਫੀਆ ਮਾਹੌਲ ਵਿੱਚ ਚੱਲੀ। ਇਸ ਅਦਾਲਤੀ ਕਾਰਵਾਈ ਨੂੰ ਅਖਬਾਰਾਂ ਨੇ ਇਤਿਹਾਸ ਦੀ ਸਭ ਤੋਂ ਵੱਡੀ ਲੁਕਵੀਂ ਅਦਾਲਤੀ ਕਾਰਵਾਈ, ਜੇਲ੍ਹ ਦੀ 4 ਦੀਵਾਰੀ ਦੇ ਅੰਦਰ ਸੰਘਣੇ ਖੂਫੀਆ ਮਾਹੌਲ ਵਿੱਚ ਚੱਲੀ ਇਸ ਅਦਾਲਤੀ ਕਾਰਵਾਈ ਨੂੰ ਅਖਬਾਰਾਂ ਨੇ ਇਤਿਹਾਸ ਦੀ ਸਭ ਤੋਂ ਵੱਡੀ ਲੁਕਵੀਂ ਅਦਾਲਤੀ ਕਾਰਵਾਈ ਕਿਹਾ। ਇੱਥੇ ਇਹ ਗੱਲ ਚਿਤਾਰਨੀ ਜ਼ਰੂਰੀ ਹੈ ਕਿ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਨਾਜ਼ੀ ਜੰਗੀ ਮੁਜਰਿਮਾਂ ਉੱਤੇ ਵੀ ਖੁੱਲ੍ਹੀਆਂ ਅਦਾਲਤਾਂ ਵਿੱਚ ਮੁਕੱਦਮੇ ਚਲਾਏ ਗਏ ਸਨ। ਭਾਰਤ ਦੇ ਹਾਕਮਾਂ ਵੱਲੋਂ ਸਿੱਖਾਂ ਨਾਲ ਨਾਜ਼ੀ ਜੰਗੀ ਮੁਜਰਿਮਾਂ ਨਾਲੋਂ ਵੀ ਭੈੜਾ ਵਰਤਾਓ ਕਰਨਾ ਅਤੇ ਦੇਸ਼ ਦੇ ਹਿੰਦੂ ਵਰਗ ਵੱਲੋਂ ਇਸ ਨੂੰ ਖੁੱਲ੍ਹੀ ਪ੍ਰਵਾਨਗੀ ਦੇ ਦੇਣੀ ਕੋਈ ਵਕਤੀ ਘਟਨਾ ਨਹੀਂ ਕਹੀ ਜਾ ਸਕਦੀ। ਇਹ ਇੱਕ ਚਿਰਕਾਲੀ ਦਸ਼ਾ ਨੂੰ ਦਰਸਾਉਂਦਾ ਦ੍ਰਿਸ਼ਟਾਂਤ ਹੈ। ਇਹ ਕਿਸੇ ਵਕਤੀ ਬਹਿਕਾਵੇ 'ਚੋਂ ਹੋਈ ਭੁੱਲ ਨਹੀਂ ਸੀ, ਇਹ ਢਾਂਚੇ ਦੇ ਵਿਗਾੜ ਦਾ ਕਰੂਪ ਪ੍ਰਗਟਾਵਾ ਸੀ। ਸਰਕਾਰੀ ਪੱਖ ਮੁਤਾਬਕ ਪੰਜਾਬ ਅੰਦਰ 4200 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮੇ ਚਲਾਏ ਗਏ, ਪਰੰਤੂ ਗੈਰ ਸਰਕਾਰੀ ਸੂਤਰਾਂ ਅਨੁਸਾਰ 7 ਤੋਂ 8000 ਤੱਕ ਸਿੱਖ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ। ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ S.S. ਸੋਢੀ ਨੇ 24 ਸਾਲਾਂ ਬਾਅਦ ਚੰਡੀਗੜ੍ਹ ਵਿਖੇ ਇੱਕ ਵਿਚਾਰ ਸੰਮੇਲਨ ਵਿੱਚ ਬੋਲਦਿਆਂ ਉਸ ਕਾਲੇ ਦੌਰ ਅੰਦਰ ਕਾਨੂੰਨੀ ਅਪਰਾਧ ਦੇ ਇੱਕ ਬਾਜ਼ ਉਘਾੜਵੇਂ ਦ੍ਰਿਸ਼ਟਾਂਤ ਉੱਤੇ ਭੇਦ ਦਾ ਪਰਦਾ ਲਾਹੁੰਦਿਆਂ ਦੱਸਿਆ ਕਿ ਉਸ ਮੌਕੇ ਦੇ ਇੱਕ ਜ਼ਿਲ੍ਹਾ ਸੈਸ਼ਨ ਜੱਜ ਸਰਦਾਰ ਤਾਰਾ ਸਿੰਘ ਚੀਮਾ, ਜਿਸ ਨੇ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਲੱਡਾ ਕੋਠੀ ਦੇ ਬਦਨਾਮ ਤਸੀਹਾ ਕੇਂਦਰ ਵਿੱਚ ਲਿਜਾ ਕੇ ਉਹਨਾਂ ਨੂੰ ਘੋਰ ਤਸੀਹੇ ਦੇਣ ਦੇ ਦੋਸ਼ਾਂ ਦੀ ਤਹਿਕੀਕਾਤ ਕਰਕੇ ਇਹਨਾਂ ਦੋਸ਼ਾਂ ਦੀ ਪੁਸ਼ਟੀ ਕਰਨ ਦਾ ਅਪਰਾਧ ਕੀਤਾ ਸੀ, ਉਸ ਨੂੰ ਹਾਈ ਕੋਰਟ ਦਾ ਜੱਜ ਬਣਨ ਤੋਂ ਰੋਕ ਦਿੱਤਾ ਗਿਆ।
ਭਾਵੇਂ ਕਿ ਉਸ ਦੇ ਖਿਲਾਫ ਇੱਕ ਵੀ ਮਾੜੀ ਰਿਪੋਰਟ ਨਹੀਂ ਸੀ। ਜਸਟਿਸ ਚੀਮਾ ਨੇ ਇਨ੍ਹਾਂ ਸੰਗੀਨ ਦੋਸ਼ਾਂ ਦੀ ਪੜਤਾਲ ਜਸਟਿਸ ਸੋਢੀ ਦੇ ਆਦੇਸ਼ਾਂ ਉੱਤੇ ਕੀਤੀ ਸੀ। ਜਸਟਿਸ ਸੋਢੀ ਨੇ ਇਸ ਰਿਪੋਰਟ ਨੂੰ ਅਗਲੀ ਅਦਾਲਤੀ ਕਾਰਵਾਈ ਲਈ ਤਤਕਾਲੀ ਚੀਫ ਜਸਟਿਸ ਕੋਲ ਭੇਜ ਦਿੱਤਾ ਸੀ, ਜਿਸ ਨੇ ਇਸ ਨੂੰ ਅਗਾਂਹ ਹਾਈ ਕੋਰਟ ਦੇ ਜੱਜਾਂ ਦੇ ਬੈਂਚ ਕੋਲ ਭੇਜਣਾ ਸੀ। ਪਰੰਤੂ ਜਦੋਂ 2 ਜੱਜਾਂ ਨੇ ਇਸ ਮਸਲੇ ਨੂੰ ਹੱਥ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਇਹ ਮਸਲਾ ਮੁੜ ਘਿੜ ਕੇ ਫਿਰ ਜਸਟਿਸ ਸੋਢੀ ਕੋਲ ਆ ਗਿਆ ਸੀ। ਅਦਾਲਤੀ ਛਾਣਬੀਣ ਤੋਂ ਬਾਅਦ ਆਖਰ ਵਿੱਚ ਜਾ ਕੇ 25 ਪੁਲਿਸ ਅਫਸਰ ਦੋਸ਼ੀ ਠਹਿਰਾਏ ਗਏ ਸਨ, ਪਰ ਇਨਸਾਫ ਦੀ ਇਹ ਕਾਰਵਾਈ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਜਸਟਿਸ ਚੀਮਾ ਦੀ ਤਰੱਕੀ ਦਾ ਰਾਹ ਬੰਦ ਹੋ ਗਿਆ। ਜਸਟਿਸ ਸੋਢੀ ਨੇ ਇੱਕ ਹੋਰ ਅਹਿਮ ਖੁਲਾਸਾ ਇਹ ਕੀਤਾ ਕਿ ਸਿੱਖ ਨੌਜਵਾਨਾਂ ਦੇ ਮੁਕੱਦਮਿਆਂ ਦੀ ਸੁਣਵਾਈ ਲਈ ਕਿਸੇ ਸਿੱਖ ਜੱਜ ਉੱਤੇ ਭਰੋਸਾ ਨਹੀਂ ਕੀਤਾ ਜਾਂਦਾ ਸੀ। ਉਸ ਦੌਰ ਅੰਦਰ ਕਾਨੂੰਨੀ ਤੇ ਅਦਾਲਤੀ ਹਨੇਰਗਰਦੀ ਦੀਆਂ ਇਸ ਨਾਲ ਮਿਲਦੀਆਂ ਜੁਲਦੀਆਂ ਹੋਰ ਵੀ ਕਈ ਵਾਰਦਾਤਾਂ ਦੇ ਰਹੱਸ ਉਜਾਗਰ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਸਫਾਈ ਦਾ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਦੇ ਤਹਿਤ ਪੰਜਾਬ ਪੁਲਿਸ ਦੇ 100 ਦੇ ਕਰੀਬ ਅਫਸਰਾਂ ਤੇ ਸਿਪਾਹੀਆਂ ਜਿਨ੍ਹਾਂ ਉੱਤੇ ਸਿੱਖੀ ਸੋਚ ਤੇ ਜਜ਼ਬਾ ਰੱਖਣ ਦਾ ਸ਼ੱਕ ਕੀਤਾ ਗਿਆ ਸੀ ਨੂੰ ਜਬਰੀ ਸੇਵਾ ਮੁਕਤ ਕਰਕੇ ਘਰੀ ਤੋਰ ਦਿੱਤਾ ਗਿਆ ਸੀ। ਰਾਜ ਦੇ ਸਮੁੱਚੇ ਪ੍ਰਬੰਧਕੀ ਢਾਂਚੇ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਇੱਕ 5 ਮੈਂਬਰੀ ਬੋਰਡ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਇੱਕ ਨੂੰ ਛੱਡ ਕੇ ਬਾਕੀ 4 ਮੈਂਬਰਾਂ ਦਾ ਸਿਰਫ ਗੈਰ ਸਿੱਖ ਸਗੋਂ ਨਾਲ ਹੀ ਗੈਰ ਪੰਜਾਬੀ ਵੀ ਸਨ। ਪ੍ਰਬੰਧਕੀ ਢਾਂਚੇ ਦੇ ਪੁਨਰਗਠਨ ਦੀ ਇਸ ਪ੍ਰਸਤਾਵਿਤ ਤਜਵੀਜ਼ ਅਨੁਸਾਰ ਪੰਜਾਬ ਅੰਦਰ ਅੱਧਿਓਂ ਬਹੁਤੇ IAS ਤੇ IPS ਅਫਸਰ ਬਾਹਰੋਂ ਲਿਆ ਕੇ ਤੈਨਾਤ ਕਰਨ ਦੀ ਯੋਜਨਾ ਸੀ। ਉਪਰੋਕਤ ਸਾਰੇ ਕਦਮ ਜ਼ਾਹਰਾ ਤੌਰ ਤੇ ਪੰਜਾਬ ਅੰਦਰ ਅੰਦਰੂਨੀ ਬਸਤੀਵਾਦ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਤੇ ਧੁੱਸ ਪ੍ਰਗਟਾਉਂਦੇ ਸਨ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।